ਮੇਰੀਆਂ ਤਿੰਨੇ ਘਰ ਵਾਲੀਆਂ ਬਾਂਝ ਸਨ ਅਤੇ ਮੈਂ ਬਹੁਤ ਅਮੀਰ ਆਦਮੀ ਸੀ। ਮੇਰੀ ਉਮਰ 50 ਸਾਲ ਹੋ ਗਈ ਸੀ ਅਤੇ ਮੈਨੂੰ ਆਪਣੇ ਵਾਰਿਸ ਦੀ ਬਹੁਤ ਇੱਛਾ ਸੀ। ਇੱਕ ਦਿਨ ਮੇਰਾ ਦੋਸਤ ਮੈਨੂੰ ਕੋਠੇ ਤੇ ਲੈ ਗਿਆ ਅਤੇ ਕਹਿਣ ਲੱਗਾ, ਇੱਥੇ ਇੱਕ ਕੁੜੀ ਪੈਸੇ ਲੈ ਕੇ ਬੱਚਾ ਪੈਦਾ ਕਰਦੀ ਹੈ। ਮੈਂ ਉਸ ਦੀ ਗੱਲ ਸੁਣ ਕੇ ਮੰਨ ਗਿਆ। ਜਦੋਂ ਮੈਂ ਉਸ ਕੁੜੀ ਦੇ ਕੋਲ ਗਿਆ ਤਾਂ ਮੇਰੇ ਪੈਰਾਂ ਥੱਲਿਓਂ ਜਿਵੇਂ ਜ਼ਮੀਨ ਹੀ ਨਿਕਲ ਗਈ, ਕਿਉਂਕਿ ਮੈਂ 3 ਵਿਆਹ ਕਰ ਲਏ ਸਨ ਪਰ ਮੇਰੇ ਘਰ ਬੱਚਾ ਪੈਦਾ ਨਾ ਹੋਇਆ। ਫਿਰ ਮੈਨੂੰ ਇੱਕ ਦਿਨ ਮੇਰੇ ਦੋਸਤ ਨੇ ਦੱਸਿਆ ਕਿ ਇੱਕ ਕੋਠੇ ਤੇ ਨੱਚਣ ਵਾਲੀ ਔਰਤ ਪੈਸੇ ਲੈ ਕੇ ਬੱਚਾ ਪੈਦਾ ਕਰਦੀ ਹੈ। ਮੈਂ ਉਸ ਔਰਤ ਨੂੰ ਘਰ ਬੁਲਾ ਕੇ ਜਦੋਂ ਉਸ ਦਾ ਨਕਾਬ ਉਤਾਰਿਆ ਤਾਂ ਮੇਰੇ ਸਿਰ ਉੱਪਰ ਜਿਵੇਂ ਆਸਮਾਨ ਹੀ ਗਿਰ ਗਿਆ, ਕਿਉਂਕਿ ਮੈਂ ਆਪਣੇ ਦੋਸਤ ਨਾਲ ਜਿਸ ਥਾਂ ਤੇ ਆਇਆ ਸੀ ਉੱਥੇ ਰਾਤਾਂ ਜਾਗਦੀਆਂ ਸਨ ਅਤੇ ਦਿਨ ਸੌਂਦੇ ਸਨ। ਚਾਰੇ ਪਾਸਿਓਂ ਗਾਣਿਆਂ ਅਤੇ ਢੋਲਕੀ ਦੀ ਥਾਪ ਦੇ ਨਾਲ ਘੁੰਗਰੂਆਂ ਦੀਆਂ ਆਵਾਜ਼ਾਂ ਆ ਰਹੀਆਂ ਸਨ। ਮੈਂ ਵੀ ਆਪਣੇ ਦੋਸਤ ਨਾਲ ਫਟਾਫਟ ਤੁਰਦਾ ਹੋਇਆ ਜਾ ਰਿਹਾ ਸੀ। ਉਸ ਵੇਲੇ ਮੇਰਾ ਦਿਲ ਬਹੁਤ ਤੇਜ਼ੀ ਨਾਲ ਧੜਕ ਰਿਹਾ ਸੀ। ਮੇਰੇ ਕੋਲ ਪੈਸੇ ਦੀ ਕੋਈ ਕਮੀ ਨਹੀਂ ਸੀ, ਪਰ ਇਹ ਵੀ ਸੱਚ ਸੀ ਕਿ ਮੈਂ ਅਯਾਸ਼ ਅਤੇ ਵਿਗੜਿਆ ਹੋਇਆ ਆਦਮੀ ਨਹੀਂ ਸੀ। ਇਸ ਕਿਸਮ ਦੇ ਹੁਸਨਾਂ ਅਤੇ ਕੋਠੇ ਤੋਂ ਮੈਨੂੰ ਕੋਈ ਮਤਲਬ ਨਹੀਂ ਸੀ, ਬਲਕਿ ਮੈਂ ਤਾਂ ਆਪਣਾ ਸਿਰ ਨੀਵਾਂ ਕਰਕੇ ਤੁਰ ਰਿਹਾ ਸੀ ਤਾਂ ਜੋ ਮੈਨੂੰ ਕੋਈ ਪਹਿਚਾਣ ਨਾ ਲਵੇ, ਕਿਉਂਕਿ ਮੇਰੀ ਜਾਣ ਪਹਿਚਾਣ ਵੱਡੇ ਵੱਡੇ ਕਾਰੋਬਾਰੀਆਂ ਨਾਲ ਸੀ। ਮੇਰੀ ਬਹੁਤ ਵੱਡੀ ਮਜਬੂਰੀ ਸੀ ਜੋ ਕਿ ਮੈਨੂੰ ਇੱਥੋਂ ਤੱਕ ਲੈ ਆਈ। ਇਹ ਇੱਕ ਬਹੁਤ ਪੁਰਾਣੀ ਇਮਾਰਤ ਸੀ। ਛੋਟੀਆਂ ਛੋਟੀਆਂ ਗਲੀਆਂ ਸਨ। ਹਰ 2 ਮੰਜ਼ਿਲਾ ਇਮਾਰਤ ਤੇ ਨੱਚਣ ਗਾਉਣ ਦੀਆਂ ਆਵਾਜ਼ਾਂ ਗੂੰਜ ਰਹੀਆਂ ਸਨ। ਇਮਾਰਤਾਂ ਦੇ ਬਾਹਰ ਮੂੰਹ ਵਿੱਚ ਪਾਨ ਚਬਾਉਂਦੇ ਹੋਏ ਕੋਠੇ ਦੇ ਦਲਾਲ ਗ੍ਰਾਹਕਾਂ ਨੂੰ ਆਪਣੇ ਕੋਠੇ ਵਿੱਚ ਆਉਣ ਲਈ ਆਵਾਜ਼ਾਂ ਮਾਰ ਰਹੇ ਸਨ ਅਤੇ ਨਾਲ-ਨਾਲ ਗੰਦੇ ਸ਼ਬਦ ਵੀ ਬੋਲ ਰਹੇ ਸਨ। ਸਾਹਬ, ਸਾਡੇ ਕੋਠੇ ਨੂੰ ਇੱਜ਼ਤ ਬਖਸ਼ ਦਿਓ, ਤੁਹਾਡੀ ਤਬੀਅਤ ਹਰੀ ਹੋ ਜਾਵੇਗੀ। ਇਹ ਗੱਲਾਂ ਸੁਣ ਕੇ ਡਰ ਅਤੇ ਸ਼ਰਮ ਨਾਲ ਮੇਰਾ ਚਿਹਰਾ ਲਾਲ ਹੋ ਗਿਆ ਸੀ। ਮੈਂ ਕਦੇ ਵੀ ਅਜਿਹੀਆਂ ਗੱਲਾਂ ਨਾ ਸੁਣੀਆਂ ਸਨ ਅਤੇ ਨਾ ਹੀ ਬੋਲੀਆਂ ਸਨ। ਇੰਜ ਲੱਗ ਰਿਹਾ ਸੀ ਜਿਵੇਂ ਇਹ ਕੋਈ ਕੱਪੜੇ ਦਾ ਬਾਜ਼ਾਰ ਹੋਵੇ ਅਤੇ ਦੁਕਾਨਦਾਰ ਆਪਣੀਆਂ ਚੀਜ਼ਾਂ ਦੀ ਤਾਰੀਫ ਕਰਕੇ ਉਸ ਨੂੰ ਵੇਚ ਰਿਹਾ ਹੋਵੇ। ਮੈਂ ਸੋਚ ਰਿਹਾ ਸੀ ਕਿ ਔਰਤ ਇੰਨੀ ਸਸਤੀ ਅਤੇ ਇੰਨੀ ਮਾਮੂਲੀ ਜਿਹੀ ਚੀਜ਼ ਹੈ। ਫਿਲਹਾਲ ਦਿਲ ਹੀ ਦਿਲ ਵਿੱਚ ਮੈਂ ਆਪਣੇ ਦੋਸਤ ਦੀ ਗੱਲ ਮੰਨ ਕੇ ਬਹੁਤ ਪਛਤਾ ਰਿਹਾ ਸੀ। ਮੈਨੂੰ ਇੱਥੇ ਆਉਣਾ ਹੀ ਨਹੀਂ ਚਾਹੀਦਾ ਸੀ। ਇਹ ਬਹੁਤ ਵੱਡੀ ਗਲਤੀ ਸੀ। ਮੇਰਾ ਦਿਲ ਕਰ ਰਿਹਾ ਸੀ ਕਿ ਮੈਂ ਇੱਥੋਂ ਵਾਪਸ ਭੱਜ ਜਾਵਾਂ। ਅਚਾਨਕ ਇੱਕ ਕੋਠੇ ਕੋਲ ਜਾ ਕੇ ਮੇਰੇ ਦੋਸਤ ਅਦਨਾਨ ਦੇ ਪੈਰ ਰੁਕ ਗਏ। ਇਸ ਤੋਂ ਪਹਿਲਾਂ ਕਿ ਮੈਂ ਉਸ ਨੂੰ ਮਨਾ ਕਰਦਾ, ਉਹ ਮੇਰਾ ਹੱਥ ਫੜ ਕੇ ਉਸ ਇਮਾਰਤ ਦੀਆਂ ਪੌੜੀਆਂ ਚੜ੍ਹਨ ਲੱਗਿਆ। ਪੌੜੀਆਂ ਦੀਆਂ ਕੰਧਾਂ ਤੇ ਪਾਨ ਦੇ ਦਾਗ ਲੱਗੇ ਹੋਏ ਸਨ। ਅਜੀਬ ਜਿਹੀ ਬਦਬੂ ਫੈਲੀ ਹੋਈ ਸੀ। ਅਸੀਂ ਉੱਪਰ ਗਏ ਤਾਂ ਵਿਹੜੇ ਵਿੱਚ ਚਿੱਟੀ ਚਾਦਰ ਵਿਛੀ ਹੋਈ ਸੀ ਅਤੇ ਸ਼ਰਾਬ ਅਤੇ ਗੁਲਾਬ ਦੇ ਫੁੱਲ ਮਿਲ ਕੇ ਇੱਕ ਅਜੀਬ ਜਿਹੀ ਬਦਬੂ ਦਾ ਅਹਿਸਾਸ ਦਿਵਾ ਰਹੇ ਸਨ। ਸਾਹਮਣੇ ਸਫ਼ੇਦ ਚਾਦਰ ਤੇ ਲਾਲ ਰੰਗ ਦੇ ਸਿਰਹਾਣੇ ਨਾਲ ਟੇਕ ਲਗਾ ਕੇ ਬੈਠੇ ਸ਼ੌਕੀਨ ਇੱਕ ਕੁੜੀ ਦਾ ਡਾਂਸ ਦੇਖ ਰਹੇ ਸਨ। ਉਹ ਕੁੜੀ ਗਾਣਿਆਂ ਦੀਆਂ ਧੁਨਾਂ ਤੇ ਨੱਚ ਰਹੀ ਸੀ। ਸਾਹਮਣੇ ਇੱਕ ਕੋਨੇ ਵਿੱਚ ਹਾਰਮੋਨੀਅਮ ਅਤੇ ਢੋਲਕੀ ਵਾਲੇ ਬੈਠੇ ਸਨ ਜੋ ਅਲੱਗ ਤੋਂ ਹੀ ਆਪਣਾ ਰਾਗ ਵਜਾ ਰਹੇ ਸਨ। ਇੱਕ ਕੋਨੇ ਵਿੱਚ ਤਖਤਪੋਸ਼ ਦੇ ਉੱਪਰ ਇੱਕ ਅਧੇੜ ਉਮਰ ਦੀ ਔਰਤ ਮੂੰਹ ਵਿੱਚ ਪਾਨ ਪਾ ਕੇ ਬੈਠੀ ਉਸ ਕੁੜੀ ਨੂੰ ਨੱਚਦੇ ਹੋਏ ਦੇਖ ਰਹੀ ਸੀ। ਉੱਥੋਂ ਦਾ ਮਾਹੌਲ ਦੇਖ ਕੇ ਮੈਨੂੰ ਬਹੁਤ ਡਰ ਲੱਗ ਰਿਹਾ ਸੀ। ਮੈਂ ਅਦਨਾਨ ਨੂੰ ਉੱਥੋਂ ਚੱਲਣ ਲਈ ਕਿਹਾ ਤਾਂ ਉਹ ਮੈਨੂੰ ਕਹਿਣ ਲੱਗਿਆ, ਮਰਦ ਬਣ, ਇੰਨਾ ਘਬਰਾ ਕਿਉਂ ਰਿਹਾ ਹੈ। ਇਹ ਕਹਿ ਕੇ ਉਹ ਮੈਨੂੰ ਤਖਤ ਤੇ ਬੈਠੀ ਔਰਤ ਕੋਲ ਲੈ ਗਿਆ। ਉਹ ਔਰਤ ਸ਼ਾਇਦ ਅਦਨਾਨ ਨੂੰ ਜਾਣਦੀ ਸੀ। ਮੈਨੂੰ ਉਸਦੇ ਨਾਲ ਦੇਖ ਕੇ ਉਸਨੇ ਸਿਰ ਤੋਂ ਪੈਰਾਂ ਤੱਕ ਮੇਰੇ ਵੱਲ ਵੇਖਿਆ ਅਤੇ ਅੱਖਾਂ ਦੇ ਇਸ਼ਾਰੇ ਨਾਲ ਪੁੱਛਿਆ ਕਿ ਇਹ ਕੌਣ ਹੈ। ਅਦਨਾਨ ਨੇ ਕਿਹਾ, ਮੇਰਾ ਦੋਸਤ ਹੈ, ਇਸ ਨੂੰ ਰਜ਼ੀਆ ਨਾਲ ਮਿਲਵਾ ਦਿਓ, ਮੇਰੇ ਦੋਸਤ ਨੂੰ ਵਾਰਿਸ ਚਾਹੀਦਾ ਹੈ। ਉਹ ਔਰਤ ਕਹਿਣ ਲੱਗੀ, ਬੈਠੋ, ਖੜੇ ਖੜੇ ਤਾਂ ਗੱਲ ਨਹੀਂ ਹੋ ਸਕਦੀ। ਮੈਂ ਉੱਥੇ ਬਿਲਕੁਲ ਵੀ ਰੁਕਣਾ ਨਹੀਂ ਚਾਹੁੰਦਾ ਸੀ, ਬਸ ਮੇਰੀ ਮਜਬੂਰੀ ਅਤੇ ਬੇਬਸੀ ਮੈਨੂੰ ਉੱਥੇ ਲੈ ਕੇ ਗਈ ਸੀ। ਮੈਂ ਇੱਕ ਕੋਨੇ ਵਿੱਚ ਜਾ ਕੇ ਬੈਠ ਗਿਆ ਤਾਂ ਉਹ ਔਰਤ ਕਹਿਣ ਲੱਗੀ, ਦੇਖੋ ਸਾਹਬ, ਮੈਂ ਪੈਸੇ ਬਿਲਕੁਲ ਵੀ ਘੱਟ ਨਹੀਂ ਕਰਦੀ, ਕਿਉਂਕਿ ਪੂਰਾ ਸਾਲ ਕੁੜੀ ਮੇਰੇ ਕੰਮ ਦੀ ਨਹੀਂ ਰਹਿੰਦੀ।
ਉਹ ਆਪਣੇ ਪੇਟ ਵਿੱਚ ਤੇਰੇ ਬੱਚੇ ਨੂੰ ਪਾਲੇਗੀ ਤਾਂ ਜ਼ਾਹਿਰ ਹੈ ਮੈਨੂੰ ਤਾਂ ਕਮਾ ਕੇ ਨਹੀਂ ਦੇਵੇਗੀ। ਇਸ ਲਈ ਮੈਂ 1 ਲੱਖ ਰੁਪਏ ਲਵਾਂਗੀ। ਅੱਧੀ ਰਕਮ ਪਹਿਲਾਂ ਦੇਣੀ ਪਵੇਗੀ। ਮੇਰਾ ਦਿਲ ਹਲੇ ਵੀ ਅੰਦਰੋਂ ਬੇਚੈਨ ਸੀ। ਮੈਂ ਅਦਨਾਨ ਵੱਲ ਵੇਖਿਆ ਤਾਂ ਉਹ ਮੈਨੂੰ ਤਸੱਲੀ ਦੇਣ ਲੱਗਿਆ। ਮੈਂ ਕਿਹਾ ਕਿ ਮੈਂ ਕੁੜੀ ਨੂੰ ਇੱਥੇ ਨਹੀਂ ਰੱਖਾਂਗਾ। ਤਾਂ ਉਹ ਔਰਤ ਕਹਿਣ ਲੱਗੀ ਕਿ 15 ਲੱਖ ਰੁਪਏ ਲਵਾਂਗੀ। ਮੈਂ ਆਪਣੀ ਜੇਬ ਵਿੱਚੋਂ ਇੱਕ ਚੈੱਕ ਬੁੱਕ ਕੱਢੀ ਅਤੇ 15 ਲੱਖ ਦਾ ਚੈੱਕ ਉਸਨੂੰ ਦੇ ਦਿੱਤਾ। ਮੇਰੇ ਕੋਲ ਪੈਸਿਆਂ ਦੀ ਕੋਈ ਕਮੀ ਨਹੀਂ ਸੀ। 15 ਲੱਖ ਦਾ ਚੈੱਕ ਦੇਖ ਕੇ ਉਸ ਔਰਤ ਦੀਆਂ ਅੱਖਾਂ ਫਟੀਆਂ ਰਹਿ ਗਈਆਂ ਅਤੇ ਉਹ ਮੁਸਕਰਾਉਣ ਲੱਗੀ। ਫਿਰ ਉਸਨੇ ਇੱਕ ਕੁੜੀ ਨੂੰ ਬੁਲਾਇਆ। ਉਸਦੀ ਇੱਕ ਆਵਾਜ਼ ਮਾਰਨ 'ਤੇ ਇੱਕ ਕੁੜੀ ਉੱਥੇ ਆਈ। ਉਹ ਸਾਂਵਲੇ ਜਿਹੇ ਰੰਗ ਦੀ ਸੀ। ਉਸਦੇ ਨੈਣ ਨਕਸ਼ ਚੰਗੇ ਸਨ। ਉਸ ਔਰਤ ਨੇ ਕਿਹਾ, ਜਾ ਰਜੀਆ ਨੂੰ ਬੁਲਾ ਕੇ ਲਿਆ, ਉਸਦਾ ਗ੍ਰਾਹਕ ਆਇਆ ਹੈ। ਮੈਂ ਕਿਹਾ, ਪਹਿਲਾਂ ਮੈਂ ਕੁੜੀ ਨੂੰ ਦੇਖਣਾ ਚਾਹੁੰਦਾ ਹਾਂ। ਕੁੜੀ ਸੋਹਣੀ ਹੋਣੀ ਚਾਹੀਦੀ ਹੈ। ਮੈਨੂੰ ਆਪਣਾ ਬੱਚਾ ਖੂਬਸੂਰਤ ਚਾਹੀਦਾ ਹੈ। ਮੇਰੀ ਗੱਲ ਸੁਣ ਕੇ ਉਹ ਔਰਤ ਠਹਾਕਾ ਲਾ ਕੇ ਹੱਸਣ ਲੱਗੀ ਅਤੇ ਕਹਿਣ ਲੱਗੀ, ਹਾਂ ਜੀ, ਜਾ ਕੇ ਦੇਖ ਲਓ, ਕਿਤੇ ਤੁਹਾਡੇ ਹੋਸ਼ ਨਾ ਉੱਡ ਜਾਣ। ਉਸ ਔਰਤ ਦੇ ਕਹਿਣ 'ਤੇ ਮੈਂ ਖੜਾ ਹੋ ਗਿਆ ਅਤੇ ਚਮੇਲੀ ਨਾਮ ਦੀ ਕੁੜੀ ਦੇ ਨਾਲ ਅੰਦਰ ਚਲਾ ਗਿਆ। ਉਸ ਕੁੜੀ ਨੇ ਮੈਨੂੰ ਇੱਕ ਕਮਰੇ ਦੇ ਬਾਹਰ ਛੱਡ ਦਿੱਤਾ ਅਤੇ ਆਪ ਚਲੀ ਗਈ। ਮੇਰਾ ਦਿਲ ਬਹੁਤ ਜ਼ੋਰ ਨਾਲ ਧੜਕ ਰਿਹਾ ਸੀ। ਵਾਰਸ ਦੀ ਚਾਹਤ ਨੇ ਮੈਨੂੰ ਕਿੱਥੋਂ ਤੋਂ ਕਿੱਥੇ ਲਿਆ ਕੇ ਖੜਾ ਕਰ ਦਿੱਤਾ ਸੀ। ਅਜਿਹੀ ਹਾਲਤ ਤਾਂ ਮੇਰੀ ਕਦੇ ਆਪਣੇ ਘਰ ਵਾਲਿਆਂ ਦੇ ਕਮਰੇ ਵਿੱਚ ਜਾਂਦੇ ਹੋਏ ਵੀ ਨਹੀਂ ਹੋਈ ਸੀ। ਮੇਰੀ ਬੇਬਸੀ ਸੀ ਕਿ ਮੈਂ ਇਸ ਰਸਤੇ 'ਤੇ ਚੱਲਣ ਲਈ ਮਜਬੂਰ ਸੀ। ਜਦੋਂ ਮੈਂ ਕਮਰੇ ਦਾ ਦਰਵਾਜ਼ਾ ਖੜਕਾਇਆ ਤਾਂ ਅੰਦਰੋਂ ਆਵਾਜ਼ ਆਈ, ਕੌਣ ਹੈ? ਅੰਦਰ ਆ ਜਾਓ। ਸਾਹਮਣੇ ਇੱਕ ਕੁੜੀ ਘੁੰਡ ਕੱਢ ਕੇ ਸੱਜ ਧੱਜ ਕੇ ਬੈਠੀ ਹੋਈ ਸੀ। ਮੈਂ ਬੜੀ ਮੁਸ਼ਕਿਲ ਨਾਲ ਕਮਰੇ ਦਾ ਦਰਵਾਜ਼ਾ ਬੰਦ ਕੀਤਾ ਅਤੇ ਉਸਦੇ ਕੋਲ ਆ ਕੇ ਬੈਠ ਗਿਆ। ਮੈਂ ਹਾਲੇ ਤੱਕ ਉਸਦਾ ਚਿਹਰਾ ਨਹੀਂ ਦੇਖਿਆ ਸੀ ਕਿਉਂਕਿ ਉਹ ਘੁੰਡ ਕੱਢ ਕੇ ਬੈਠੀ ਸੀ। ਮੈਂ ਉਸਦੇ ਸਾਹਮਣੇ ਜਾ ਕੇ ਬੈਠ ਗਿਆ, ਪਰ ਮੇਰੇ ਵਿੱਚ ਇੰਨੀ ਹਿੰਮਤ ਨਹੀਂ ਹੋ ਰਹੀ ਸੀ ਕਿ ਮੈਂ ਉਸਦੇ ਵੱਲ ਵੇਖ ਸਕਾਂ। ਸ਼ਾਇਦ ਮੇਰਾ ਜ਼ਮੀਰ ਇਸ ਗੱਲ ਦੀ ਇਜਾਜ਼ਤ ਨਹੀਂ ਦੇ ਰਿਹਾ ਸੀ। ਮੈਨੂੰ ਚੁੱਪ ਬੈਠਾ ਦੇਖ ਕੇ ਉਹ ਕੁੜੀ ਕਹਿਣ ਲੱਗੀ, ਕੀ ਗੱਲ ਹੈ ਸਾਹਬ, ਪੂਰੀ ਰਾਤ ਇਸੇ ਤਰ੍ਹਾਂ ਹੀ ਬੈਠੇ ਰਹੋਗੇ? ਉਸ ਕੁੜੀ ਦੀ ਆਵਾਜ਼ ਨੇ ਮੈਨੂੰ ਕੁਝ ਚੁਕੰਨਾ ਕਰ ਦਿੱਤਾ। ਮੈਂ ਬੜੀ ਮੁਸ਼ਕਿਲ ਨਾਲ ਉਸ ਵੱਲ ਵੇਖਿਆ ਅਤੇ ਉਸਦਾ ਘੁੰਡ ਚੁੱਕਿਆ ਅਤੇ ਉਸਦਾ ਚਿਹਰਾ ਦੇਖ ਕੇ ਮੇਰੇ ਹੋਸ਼ ਉੱਡ ਗਏ। ਮੈਂ ਆਪਣੇ ਮਾਂ-ਬਾਪ ਦਾ ਇਕਲੌਤਾ ਮੁੰਡਾ ਸੀ ਅਤੇ ਕਰੋੜਾਂ ਦੀ ਜਾਇਦਾਦ ਦਾ ਮਾਲਕ ਸੀ। ਮੈਂ ਆਪਣੇ ਮਾਂ-ਬਾਪ ਨੂੰ ਕਦੇ ਵੀ ਕਿਸੇ ਗੱਲ ਲਈ ਮਨਾ ਨਹੀਂ ਕੀਤਾ ਸੀ। ਮੇਰਾ ਪਹਿਲਾ ਵਿਆਹ ਮੇਰੇ ਘਰ ਵਾਲਿਆਂ ਦੀ ਪਸੰਦ ਨਾਲ ਹੀ ਹੋਇਆ ਸੀ। ਮੇਰੀ ਪਤਨੀ ਮੇਰੇ ਤੋਂ ਉਮਰ ਵਿੱਚ 7 ਸਾਲ ਵੱਡੀ ਸੀ, ਪਰ ਉਸਦਾ ਸੁਭਾਅ ਬਹੁਤ ਚੰਗਾ ਸੀ। ਮੇਰੇ ਵਿਆਹ ਨੂੰ 10 ਸਾਲ ਹੋ ਚੁੱਕੇ ਸਨ ਅਤੇ ਮੇਰੇ ਘਰ ਕੋਈ ਬੱਚਾ ਨਹੀਂ ਹੋਇਆ। ਇੱਥੋਂ ਤੱਕ ਕਿ ਮੈਂ ਆਪਣੀ ਪਤਨੀ ਦਾ ਬਹੁਤ ਇਲਾਜ ਕਰਵਾਇਆ, ਪਰ ਉਹ ਮੈਨੂੰ ਔਲਾਦ ਨਾ ਦੇ ਸਕੀ। ਮੈਂ ਆਪਣੇ ਵੀ ਸਾਰੇ ਟੈਸਟ ਕਰਵਾਏ ਕਿ ਕਿਤੇ ਮੇਰੇ ਵਿੱਚ ਹੀ ਕੋਈ ਕਮੀ ਨਾ ਹੋਵੇ, ਪਰ ਮੇਰੀ ਪਤਨੀ ਬਾਂਝ ਸੀ। 10 ਸਾਲ ਦਾ ਟਾਈਮ ਬੀਤਣ ਤੋਂ ਬਾਅਦ ਮੈਂ ਆਪਣੀ ਪਤਨੀ ਨੂੰ ਕਿਹਾ ਕਿ ਮੈਂ ਦੂਜਾ ਵਿਆਹ ਕਰਨਾ ਚਾਹੁੰਦਾ ਹਾਂ ਕਿਉਂਕਿ ਮੈਨੂੰ ਵਾਰਿਸ ਚਾਹੀਦਾ ਹੈ। ਮੇਰੀ ਗੱਲ ਸੁਣ ਕੇ ਉਹ ਥੋੜ੍ਹੇ ਦਿਨ ਤਾਂ ਬਹੁਤ ਰੋਈ। ਫਿਰ ਉਸਨੇ ਮੈਨੂੰ ਦੂਜਾ ਵਿਆਹ ਕਰਨ ਦੀ ਇਜਾਜ਼ਤ ਦੇ ਦਿੱਤੀ, ਪਰ ਫਿਰ ਤਾਂ ਜਿਵੇਂ ਸਮਾਂ ਇਸੇ ਤਰ੍ਹਾਂ ਹੀ ਲੰਘਣ ਲੱਗਿਆ। ਮੈਂ 5-5 ਸਾਲ ਆਪਣੀਆਂ ਤਿੰਨੇ ਘਰ ਵਾਲੀਆਂ ਨਾਲ ਬਿਤਾਏ, ਪਰ ਮੈਨੂੰ ਕਿਸੇ ਤੋਂ ਵੀ ਵਾਰਿਸ ਨਹੀਂ ਮਿਲਿਆ। ਹੁਣ ਮੇਰੀ ਉਮਰ 50 ਸਾਲ ਦੀ ਹੋ ਗਈ ਸੀ। ਮੈਂ ਆਪਣੀ ਪਤਨੀਆਂ ਦਾ ਇਲਾਜ ਕਰਵਾ ਕੇ ਥੱਕ ਚੁੱਕਾ ਸੀ। ਹਰ ਵਾਰ ਮੇਰੀ ਰਿਪੋਰਟ ਠੀਕ ਆਉਂਦੀ ਸੀ, ਬਸ ਮੇਰੀਆਂ ਪਤਨੀਆਂ ਵਿੱਚ ਹੀ ਕੋਈ ਕਮੀ ਰਹਿ ਜਾਂਦੀ ਸੀ। ਪਰ ਹੁਣ ਮੈਂ ਚੌਥਾ ਵਿਆਹ ਨਹੀਂ ਕਰ ਸਕਦਾ ਸੀ ਅਤੇ ਨਾ ਹੀ ਆਪਣੀ ਪਤਨੀਆਂ ਨੂੰ ਛੱਡਣਾ ਚਾਹੁੰਦਾ ਸੀ। ਉਹ ਤਿੰਨੋਂ ਹੀ ਬਹੁਤ ਚੰਗੀਆਂ ਅਤੇ ਨੇਕ ਔਰਤਾਂ ਸਨ, ਪਰ ਹੁਣ ਮੈਂ ਉਮਰ ਦੇ ਜਿਸ ਹਿੱਸੇ ਵਿੱਚ ਪਹੁੰਚ ਚੁੱਕਿਆ ਸੀ ਉਸ ਤੋਂ ਅੱਗੇ ਬੁਢਾਪਾ ਹੀ ਬੁਢਾਪਾ ਸੀ। ਇਸ ਲਈ ਹੁਣ ਤਾਂ ਮੈਨੂੰ ਜਲਦੀ ਵਾਰਿਸ ਚਾਹੀਦਾ ਸੀ। ਇਸ ਲਈ ਮੈਂ ਇਸ ਬਾਰੇ ਵਿੱਚ ਆਪਣੇ ਦੋਸਤ ਅਦਨਾਨ ਨਾਲ ਗੱਲ ਕੀਤੀ ਤਾਂ ਉਸਨੇ ਮੈਨੂੰ ਇਹ ਰਸਤਾ ਦੱਸ ਦਿੱਤਾ, ਪਰ ਮੈਂ ਉਸਨੂੰ ਕਿਹਾ ਕਿ ਮੈਂ ਇੱਕ ਖਾਨਦਾਨੀ ਸ਼ਰੀਫ ਆਦਮੀ ਹਾਂ ਅਤੇ ਇੱਕ ਕੋਠੇ 'ਤੇ ਨੱਚਣ ਵਾਲੀ ਔਰਤ ਤੋਂ ਬੱਚਾ ਕਿਵੇਂ ਲੈ ਸਕਦਾ ਹਾਂ। ਤਾਂ ਉਹ ਮੈਨੂੰ ਕਹਿਣ ਲੱਗਿਆ, ਤੂੰ ਆਪਣੀ ਉਮਰ ਨੂੰ ਦੇਖ, ਬੁਢਾਪੇ ਵਿੱਚ ਤੂੰ ਪੈਰ ਰੱਖ ਚੁੱਕਿਆ ਹੈ ਅਤੇ ਉਮਰ ਵਧਣ ਦੇ ਨਾਲ ਨਾਲ ਬੱਚਾ ਹੋਣ ਦੇ ਚਾਂਸ ਵੀ ਘੱਟ ਹੋ ਜਾਂਦੇ ਹਨ। ਆਪਣੇ ਦੋਸਤ ਦੀ ਗੱਲ ਮੈਨੂੰ ਕੁਝ ਠੀਕ ਲੱਗੀ। ਮੈਂ ਬਹੁਤ ਦਿਨਾਂ ਤੱਕ ਇਸ ਗੱਲ ਬਾਰੇ ਸੋਚਦਾ ਰਿਹਾ
ਪਹਿਲਾਂ ਤਾਂ ਮੈਂ ਸੋਚਿਆ ਕਿ ਆਪਣੀ ਪਤਨੀਆਂ ਨਾਲ ਇਸ ਬਾਰੇ ਵਿੱਚ ਸਲਾਹ ਮਸ਼ਵਰਾ ਕਰ ਲਵਾਂ, ਪਰ ਫਿਰ ਮੈਨੂੰ ਲੱਗਿਆ ਕਿ ਉਹ ਮੈਨੂੰ ਕਦੇ ਵੀ ਅਜਿਹਾ ਨਹੀਂ ਕਰਨ ਦੇਣਗੀਆਂ। ਦੂਜੇ ਪਾਸੇ ਮੇਰੀ ਪਹਿਲੀ ਘਰਵਾਲੀ ਵੀ ਬਹੁਤ ਬਿਮਾਰ ਰਹਿਣ ਲੱਗੀ ਸੀ, ਇਸ ਲਈ ਮੈਂ ਆਪਣੀਆਂ ਬਾਕੀ ਦੋਵੇਂ ਘਰਵਾਲੀਆਂ ਤੋਂ ਇਜਾਜ਼ਤ ਲੈ ਕੇ ਜ਼ਿਆਦਾ ਸਮਾਂ ਆਪਣੀ ਪਹਿਲੀ ਘਰਵਾਲੀ ਨੂੰ ਦੇਣ ਲੱਗਿਆ। ਮੇਰੀਆਂ ਤਿੰਨੋਂ ਘਰਵਾਲੀਆਂ ਵਿੱਚ ਕਦੇ ਵੀ ਲੜਾਈ ਝਗੜਾ ਨਹੀਂ ਹੋਇਆ ਸੀ। ਉਹ ਆਪਸ ਵਿੱਚ ਮਿਲ ਜੁਲ ਕੇ ਰਹਿੰਦੀਆਂ ਸਨ। ਆਖਰਕਾਰ ਬਹੁਤ ਸੋਚਣ ਤੋਂ ਬਾਅਦ ਮੈਂ ਉਸ ਫੈਸਲੇ 'ਤੇ ਆ ਹੀ ਗਿਆ ਅਤੇ ਅਦਨਾਨ ਦੀ ਗੱਲ ਮੰਨ ਲਈ ਅਤੇ ਇਸ ਵਿੱਚ ਕੋਈ ਹਰਜ ਵੀ ਨਹੀਂ ਸੀ। ਇਸ ਲਈ ਮੈਂ ਉਸ ਨਾਲ ਕੋਠੇ 'ਤੇ ਚਲਾ ਗਿਆ। ਪਰ ਜਦੋਂ ਮੈਂ ਉਸ ਕੁੜੀ ਨੂੰ ਦੇਖਿਆ ਤਾਂ ਮੇਰੇ ਹੋਸ਼ ਉੱਡ ਗਏ। ਉਸ ਨੂੰ ਦੇਖਦੇ ਹੀ ਮੈਂ ਕਮਰੇ ਤੋਂ ਬਾਹਰ ਨਿਕਲ ਗਿਆ ਅਤੇ ਉਸ ਕੋਠੇ ਤੋਂ ਵਾਪਸ ਆ ਗਿਆ। ਅਦਨਾਨ ਮੈਨੂੰ ਬੁਲਾਉਂਦਾ ਰਹਿ ਗਿਆ ਅਤੇ ਪੁੱਛਦਾ ਰਹਿ ਗਿਆ ਕਿ ਤੈਨੂੰ ਕੀ ਹੋਇਆ ਹੈ, ਤੂੰ ਕਿੱਥੇ ਜਾ ਰਿਹਾ ਹੈ, ਪਰ ਮੈਂ ਉਸ ਦੀ ਕਿਸੇ ਗੱਲ ਦਾ ਜਵਾਬ ਨਹੀਂ ਦਿੱਤਾ। ਮੈਂ ਉਸ ਬਾਜ਼ਾਰ ਵਿੱਚੋਂ ਨਿਕਲ ਕੇ ਆਪਣੀ ਗੱਡੀ ਵਿੱਚ ਬੈਠ ਗਿਆ। ਮੈਂ ਅਦਨਾਨ ਦੇ ਆਉਣ ਦਾ ਵੀ ਇੰਤਜ਼ਾਰ ਨਹੀਂ ਕੀਤਾ ਅਤੇ ਡਰਾਈਵਰ ਨੂੰ ਕਿਹਾ ਕਿ ਘਰ ਚੱਲੋ। ਸਾਰੇ ਰਸਤੇ ਮੈਂ ਬਹੁਤ ਬੇਚੈਨ ਰਿਹਾ। ਘਰ ਆ ਕੇ ਮੈਂ ਆਪਣੀ ਕਿਸੇ ਵੀ ਪਤਨੀ ਦੇ ਕਮਰੇ ਵਿੱਚ ਨਹੀਂ ਗਿਆ ਅਤੇ ਡਰਾਇੰਗ ਰੂਮ ਵਿੱਚ ਬੈਠਾ ਸਿਗਰਟ ਪੀਂਦਾ ਰਿਹਾ। ਅੱਧੀ ਰਾਤ ਬੀਤ ਗਈ ਸੀ ਅਤੇ ਮੇਰੇ ਦਿਮਾਗ ਦੀਆਂ ਉਲਝਣਾਂ ਵੱਧਦੀਆਂ ਹੀ ਜਾ ਰਹੀਆਂ ਸਨ। ਕੁਝ ਦੇਰ ਬਾਅਦ ਮੇਰੀ ਪਹਿਲੀ ਪਤਨੀ ਡਰਾਇੰਗ ਰੂਮ ਵਿੱਚ ਆ ਕੇ ਮੈਨੂੰ ਕਹਿਣ ਲੱਗੀ, ਕੀ ਗੱਲ ਹੈ, ਤੁਸੀਂ ਹਾਲੇ ਤੱਕ ਸੋਏ ਨਹੀਂ? ਮੈਂ ਉਸ ਵੱਲ ਵੇਖਿਆ ਅਤੇ ਨਾਂ ਵਿੱਚ ਸਿਰ ਹਿਲਾ ਦਿੱਤਾ। ਉਹ ਆ ਕੇ ਮੇਰੇ ਕੋਲ ਬੈਠ ਗਈ ਅਤੇ ਕਹਿਣ ਲੱਗੀ, ਅੱਜ ਤੁਹਾਨੂੰ ਕੀ ਪਰੇਸ਼ਾਨੀ ਹੈ? ਮੈਂ ਜਦੋਂ ਉਸ ਵੱਲ ਵੇਖਿਆ ਜਿਸ ਦਾ ਮੇਰੇ ਨਾਲ 25 ਸਾਲ ਦਾ ਸਾਥ ਸੀ, ਉਹ ਹੁਣ ਬਿਮਾਰ ਰਹਿਣ ਲੱਗੀ ਸੀ। ਮੈਂ ਉਸ ਦਾ ਹੱਥ ਫੜਿਆ ਅਤੇ ਕਿਹਾ, ਤੇਰੀ ਤਬੀਅਤ ਕਿਵੇਂ ਹੈ? ਤਾਂ ਉਹ ਕਹਿਣ ਲੱਗੀ, ਮੈਨੂੰ ਆਪਣੇ ਬਚਣ ਦੀ ਉਮੀਦ ਨਹੀਂ ਹੈ ਕਿਉਂਕਿ ਮੇਰੇ ਢਿੱਡ ਵਿੱਚ ਬਣੀਆਂ ਹੋਈਆਂ ਰਸੌਲੀਆਂ ਫਟ ਕੇ ਕੈਂਸਰ ਬਣ ਗਈਆਂ ਹਨ। ਮੈਨੂੰ ਤਾਂ ਪਤਾ ਸੀ ਕਿ ਹੁਣ ਉਹ ਥੋੜੇ ਦਿਨਾਂ ਦੀ ਹੀ ਮਹਿਮਾਨ ਹੈ, ਇਸ ਲਈ ਮੈਂ ਹੁਣ ਸਾਰਾ ਟਾਈਮ ਉਸੇ ਦੇ ਨਾਲ ਬਿਤਾਉਂਦਾ ਸੀ। ਉਸਨੇ ਮੇਰੇ ਮੋਢੇ ਉੱਪਰ ਸਿਰ ਰੱਖ ਦਿੱਤਾ ਤਾਂ ਮੈਂ ਵੀ ਉਸ ਨੂੰ ਗਲਵੱਕੜੀ ਪਾ ਲਈ। ਮੈਂ ਉਸ ਨੂੰ ਕਿਹਾ, ਮੈਂ ਤੈਨੂੰ ਅਮਰੀਕਾ ਲੈ ਕੇ ਜਾਵਾਂਗਾ ਅਤੇ ਤੇਰਾ ਇਲਾਜ ਕਰਵਾਵਾਂਗਾ। ਮੇਰੀ ਗੱਲ ਸੁਣ ਕੇ ਉਹ ਕਹਿਣ ਲੱਗੀ, ਕੋਈ ਫਰਕ ਨਹੀਂ ਪਵੇਗਾ, ਹੁਣ ਮੇਰੇ ਇਲਾਜ ਦਾ ਸਮਾਂ ਲੰਘ ਗਿਆ ਹੈ। ਬਸ ਮੇਰੀ ਇੱਕ ਇੱਛਾ ਹੈ, ਮੈਂ ਚਾਹੁੰਦੀ ਹਾਂ ਕਿ ਤੁਸੀਂ ਮੈਨੂੰ ਤਲਾਕ ਦੇ ਕੇ ਵਿਆਹ ਕਰ ਲਓ। ਉਸ ਦੀ ਗੱਲ ਸੁਣ ਕੇ ਮੈਂ ਹੈਰਾਨੀ ਨਾਲ ਉਸ ਵੱਲ ਵੇਖਣ ਲੱਗਿਆ ਤਾਂ ਉਹ ਕਹਿਣ ਲੱਗੀ, ਮੈਂ ਇਸੇ ਘਰ ਵਿੱਚ ਇੱਕ ਕਮਰੇ ਵਿੱਚ ਰਹਿ ਲਵਾਂਗੀ, ਪਰ ਮਰਨ ਤੋਂ ਪਹਿਲਾਂ ਮੈਂ ਤੁਹਾਡਾ ਬੱਚਾ ਦੇਖਣਾ ਚਾਹੁੰਦੀ ਹਾਂ। ਉਸ ਦੀ ਗੱਲ ਸੁਣ ਕੇ ਮੇਰੀਆਂ ਅੱਖਾਂ ਸਾਹਮਣੇ ਰਜੀਆ ਦਾ ਚਿਹਰਾ ਘੁੰਮਣ ਲੱਗਿਆ। ਮੈਂ ਉਸ ਨੂੰ ਕਿਹਾ, ਮੈਂ ਤੈਨੂੰ ਇੰਨਾ ਵੱਡਾ ਗਮ ਨਹੀਂ ਦੇ ਸਕਦਾ। ਮੈਂ ਪਹਿਲਾਂ ਹੀ ਹੋਰ 2 ਵਿਆਹ ਕਰਕੇ ਤੇਰੇ ਨਾਲ ਨਾਇਨਸਾਫੀ ਕਰ ਚੁੱਕਿਆ ਹਾਂ। ਤਾਂ ਉਹ ਕਹਿਣ ਲੱਗੀ, ਅਜਿਹੀ ਕੋਈ ਗੱਲ ਨਹੀਂ ਹੈ। ਮੈਨੂੰ ਤਾਂ ਲੱਗਿਆ ਸੀ ਕਿ ਤੁਹਾਡੇ ਕੋਲ ਔਲਾਦ ਹੋ ਜਾਵੇਗੀ, ਪਰ ਮੈਨੂੰ ਨਹੀਂ ਪਤਾ ਸੀ ਕਿ ਮੇਰਾ ਪਰਛਾਵਾਂ ਤੁਹਾਡੀਆਂ ਦੂਜੀਆਂ ਪਤਨੀਆਂ 'ਤੇ ਵੀ ਪੈ ਜਾਵੇਗਾ। ਇਹ ਕਹਿ ਕੇ ਉਹ ਰੋਣ ਲੱਗੀ। ਮੈਂ ਕਿਹਾ, ਅਜਿਹਾ ਕੁਝ ਨਹੀਂ ਹੈ, ਤੂੰ ਅਜਿਹੀਆਂ ਗੱਲਾਂ ਨਾ ਸੋਚ। ਸ਼ਾਇਦ ਮੇਰੇ ਨਸੀਬ ਵਿੱਚ ਹੀ ਬੱਚੇ ਦਾ ਸੁੱਖ ਨਹੀਂ ਹੈ। ਉਸਨੇ ਕਿਹਾ, ਤੁਸੀਂ ਹਮੇਸ਼ਾ ਬੇਸਹਾਰਾ ਅਤੇ ਗਰੀਬ ਕੁੜੀਆਂ ਨਾਲ ਹੀ ਵਿਆਹ ਕੀਤਾ ਹੈ ਤਾਂ ਜੋ ਤੁਹਾਡੀ ਕੀਤੀ ਹੋਈ ਨੇਕੀ ਪਰਮਾਤਮਾ ਨੂੰ ਪਸੰਦ ਆ ਜਾਵੇ। ਤਾਂ ਫਿਰ ਤੁਸੀਂ ਰਾਤ ਨੂੰ ਉਸ ਕੋਠੇ ਵਿੱਚੋਂ ਭੱਜ ਕੇ ਘਰ ਕਿਉਂ ਵਾਪਸ ਆ ਗਏ? ਉਸ ਦੀ ਇਹ ਗੱਲ ਸੁਣ ਕੇ ਮੈਨੂੰ ਹੈਰਾਨੀ ਨਾਲ ਝਟਕਾ ਲੱਗਿਆ। ਮੈਂ ਉਸ ਨੂੰ ਕਿਹਾ, ਤੈਨੂੰ ਇਹ ਸਭ ਕਿਸ ਨੇ ਦੱਸਿਆ? ਤਾਂ ਉਸਨੇ ਇੱਕ ਲੰਮਾ ਸਾਹ ਲਿਆ ਅਤੇ ਕਹਿਣ ਲੱਗੀ, ਇਹ ਸਭ ਛੱਡ ਦਿਓ, ਤੁਸੀਂ ਮੇਰੀ ਗੱਲ ਦਾ ਜਵਾਬ ਦਿਓ। ਮੈਂ ਕਿਹਾ, ਮੇਰਾ ਦਿਲ ਨਹੀਂ ਮੰਨਿਆ, ਇਸ ਲਈ ਮੈਂ ਵਾਪਸ ਆ ਗਿਆ ਕਿਉਂਕਿ ਉਹ ਬਹੁਤ ਘੱਟ ਉਮਰ ਦੀ ਕੁੜੀ ਸੀ, ਬਸ 18 ਕੁ ਸਾਲ ਦੀ ਹੋਵੇਗੀ। ਉਸ ਨੂੰ ਦੇਖ ਕੇ ਮੈਨੂੰ ਉਸ ਉੱਪਰ ਤਰਸ ਆ ਗਿਆ ਸੀ। ਪਤਾ ਨਹੀਂ ਇੰਨੀ ਘੱਟ ਉਮਰ ਵਿੱਚ ਉਸ ਕੁੜੀ ਤੋਂ ਇੰਨਾ ਘਟੀਆ ਕੰਮ ਕਿਉਂ ਕਰਵਾਇਆ ਜਾ ਰਿਹਾ ਹੈ। ਇਸ ਲਈ ਮੈਂ ਉੱਥੋਂ ਵਾਪਸ ਆ ਗਿਆ। ਭਾਵੇਂ ਉਹ ਬਹੁਤ ਸੋਹਣੀ ਸੀ ਪਰ ਉਸ ਦੀ ਉਮਰ ਬਹੁਤ ਘੱਟ ਸੀ। ਮੇਰੀ ਪਤਨੀ ਕਹਿਣ ਲੱਗੀ, ਉਸ ਨਾਲ ਵਿਆਹ ਕਰ ਲਓ। ਮੈਂ ਉਸ ਨੂੰ ਕਿਹਾ, ਤੂੰ ਹੋਸ਼ ਵਿੱਚ ਤਾਂ ਹੈ? ਤਵਾਇਫ ਕਦੇ ਕਿਸੇ ਨਾਲ ਵਿਆਹ ਕਰਦੀ ਹੈ? ਫਿਰ ਉਸ ਦੀ ਮਾਲਕਣ ਉਸ ਨੂੰ ਇਹ ਕਦਮ ਕਿਉਂ ਚੁੱਕਣ ਦੇਵੇਗੀ? ਉਹ ਬਹੁਤ ਘੱਟ ਉਮਰ ਦੀ ਹੈ। ਉਸ ਦੇ ਕੋਲ ਜਾਂਦੇ ਹੀ ਮੈਨੂੰ ਸ਼ਰਮ ਆਉਂਦੀ ਹੈ। ਮੇਰੀ ਪਤਨੀ ਨੇ ਕਿਹਾ, ਹੋ ਸਕਦਾ ਹੈ ਤੁਸੀਂ ਉਸ ਨੂੰ ਕੋਠੇ ਤੋਂ ਆਜ਼ਾਦ ਕਰਵਾਉਣ ਵਿੱਚ ਕਾਮਯਾਬ ਹੋ ਜਾਓ ਅਤੇ ਪਰਮਾਤਮਾ ਤੁਹਾਨੂੰ ਇੱਕ ਔਲਾਦ ਦੇ ਦੇਵੇ। ਆਪਣੀ ਪਤਨੀ ਦੀ ਗੱਲ ਸੁਣ ਕੇ ਮੈਂ ਚੁੱਪ ਹੋ ਗਿਆ ਅਤੇ ਕੁਝ ਦਿਨਾਂ ਤੱਕ ਇਸੇ ਬਾਰੇ ਵਿੱਚ ਸੋਚਦਾ ਰਿਹਾ ਕਿ ਜੇ ਮੈਂ ਉਸ ਨਾਲ ਵਿਆਹ ਕਰ ਲੈਂਦਾ ਹਾਂ ਤਾਂ ਹੋ ਸਕਦਾ ਹੈ ਮੇਰੇ ਕੋਲ ਵੀ ਔਲਾਦ ਹੋ ਜਾਵੇ ਅਤੇ ਰਜੀਆ ਵੀ ਉਸ ਕੋਠੇ ਤੋਂ ਬਚ ਜਾਵੇ। ਕੁਝ ਦਿਨਾਂ ਬਾਅਦ ਮੈਂ ਉਸ ਕੋਠੇ ਤੇ ਦੁਬਾਰਾ ਪਹੁੰਚ ਗਿਆ।
ਹੁਣ ਮੇਰੀ ਨੀਅਤ ਉਸ ਕੁੜੀ ਨੂੰ ਉਸ ਮਾਹੌਲ ਵਿੱਚੋਂ ਕੱਢਣ ਦੀ ਸੀ। ਮੈਂ 1 ਕਰੋੜ ਦਾ ਚੈੱਕ ਉਸ ਕੋਠੀ ਦੀ ਮਾਲਕਣ ਦੇ ਹੱਥ ਤੇ ਰੱਖ ਦਿੱਤਾ। ਉਹ ਕਦੇ ਮੇਰੇ ਵੱਲ ਦੇਖ ਰਹੀ ਸੀ ਅਤੇ ਕਦੇ ਚੈੱਕ ਵੱਲ। ਫਿਰ ਉਸਨੇ ਕਿਹਾ, ਇੰਨੀ ਵੱਡੀ ਰਕਮ ਕਿਉਂ? ਮੈਂ ਕਿਹਾ, ਮੈਂ ਰਜੀਆ ਨਾਲ ਵਿਆਹ ਕਰਨਾ ਚਾਹੁੰਦਾ ਹਾਂ ਅਤੇ ਉਸ ਤੋਂ ਬਾਅਦ ਉਸਦਾ ਇਸ ਕੋਠੇ ਨਾਲ ਕੋਈ ਰਿਸ਼ਤਾ ਨਹੀਂ ਰਹੇਗਾ। ਉਹ ਇੱਕ ਲਾਲਚੀ ਔਰਤ ਸੀ ਅਤੇ ਇਸ ਗੱਲ ਲਈ ਜਲਦੀ ਹੀ ਮੰਨ ਗਈ। ਮੈਂ ਆਪਣੀ ਪਹਿਲੀ ਪਤਨੀ ਦੀ ਇੱਛਾ ਦੇ ਮੁਤਾਬਕ ਉਸ ਨੂੰ ਤਲਾਕ ਦੇ ਦਿੱਤਾ। ਉਹ ਮੇਰੇ ਹੀ ਘਰ ਵਿੱਚ ਇੱਕ ਅਲੱਗ ਕਮਰੇ ਵਿੱਚ ਰਹਿੰਦੀ ਸੀ। ਮੈਂ ਉਸ ਦੇ ਸਾਹਮਣੇ ਤਾਂ ਨਹੀਂ ਜਾਂਦਾ ਸੀ, ਪਰ ਉਸ ਦੀ ਹਰ ਚੀਜ਼ ਦਾ ਖਿਆਲ ਰੱਖਣ ਦੀ ਪੂਰੀ ਕੋਸ਼ਿਸ਼ ਕਰਦਾ ਸੀ। ਮੈਂ ਥੋੜ੍ਹੇ ਜਿਹੇ ਲੋਕਾਂ ਦੀ ਮੌਜੂਦਗੀ ਵਿੱਚ ਰਜੀਆ ਨਾਲ ਵਿਆਹ ਕਰ ਲਿਆ ਤੇ ਉਸ ਨੂੰ ਆਪਣੇ ਨਾਲ ਆਪਣੇ ਘਰ ਵਿੱਚ ਲੈ ਆਇਆ। ਉਹ ਫਟੀਆਂ ਅੱਖਾਂ ਨਾਲ ਮੇਰਾ ਮਹਿਲ ਵਰਗਾ ਵੱਡਾ ਘਰ ਦੇਖ ਰਹੀ ਸੀ। ਫਿਰ ਉਸਨੇ ਮੈਨੂੰ ਪੁੱਛਿਆ, ਇਹ ਸਭ ਕੁਝ ਤੁਹਾਡਾ ਹੈ? ਤੁਸੀਂ ਤਾਂ ਬਹੁਤ ਅਮੀਰ ਆਦਮੀ ਲੱਗਦੇ ਹੋ। ਉਸਨੇ ਪੁੱਛਿਆ, ਤੁਸੀਂ ਮੇਰੇ ਵਿੱਚ ਅਜਿਹਾ ਕੀ ਦੇਖਿਆ? ਮੈਂ ਉਮਰ ਵਿੱਚ ਉਸ ਤੋਂ ਬਹੁਤ ਜ਼ਿਆਦਾ ਵੱਡਾ ਸੀ। ਉਸ ਦਾ ਇਹ ਸ਼ਬਦ ਸੁਣ ਕੇ ਮੈਨੂੰ ਬੁਰਾ ਲੱਗਿਆ, ਕਿਉਂਕਿ ਮੈਂ ਉਸ ਦਾ ਗ੍ਰਾਹਕ ਨਹੀਂ ਬਲਕਿ ਪਤੀ ਸੀ। ਮੈਂ ਆਪਣੀਆਂ ਦੋਨਾਂ ਪਤਨੀਆਂ ਨਾਲ ਉਸ ਦੀ ਮੁਲਾਕਾਤ ਕਰਵਾਈ ਅਤੇ ਫਿਰ ਉਸ ਨੂੰ ਆਪਣੀ ਪਹਿਲੀ ਪਤਨੀ ਨਾਲ ਮਿਲਵਾਇਆ। ਫਿਰ ਉਹ ਸਾਡੇ ਕਮਰੇ ਵਿੱਚ ਚਲੀ ਗਈ ਅਤੇ ਮੈਂ ਡਰਾਇੰਗ ਰੂਮ ਵਿੱਚ ਸਿਗਰਟ ਪੀ ਰਿਹਾ ਸੀ। ਪਤਾ ਨਹੀਂ ਕਿਉਂ ਮੇਰੇ ਅੰਦਰ ਕਮਰੇ ਵਿੱਚ ਜਾਣ ਦੀ ਹਿੰਮਤ ਨਹੀਂ ਸੀ। ਮੈਂ ਉਸ ਦੀ ਜ਼ਿੰਦਗੀ ਵਿੱਚ ਆਉਣ ਵਾਲਾ ਪਹਿਲਾ ਆਦਮੀ ਨਹੀਂ ਸੀ। ਉਹ ਆਪਣੀ ਜਗ੍ਹਾ ਠੀਕ ਸੀ, ਪਰ ਉਸ ਨੂੰ ਇੱਕ ਪਤਨੀ ਦੇ ਰੂਪ ਵਿੱਚ ਕਬੂਲ ਕਰਨਾ ਆਸਾਨ ਕੰਮ ਨਹੀਂ ਸੀ। ਪਰ ਆਪਣੀ ਔਲਾਦ ਦੀ ਖਾਤਰ ਮੈਂ ਇਹ ਕੌੜਾ ਘੁੱਟ ਪੀਣ ਨੂੰ ਤਿਆਰ ਸੀ। ਮੈਂ ਪੂਰੀ ਹਿੰਮਤ ਕਰਕੇ ਕਮਰੇ ਵਿੱਚ ਗਿਆ। ਉਸ ਵੇਲੇ ਤੱਕ ਰਜੀਆ ਸੋ ਚੁੱਕੀ ਸੀ। ਮੈਂ ਉਸ ਨੂੰ ਨਹੀਂ ਉਠਾਇਆ ਅਤੇ ਆਪ ਵੀ ਸੌਂ ਗਿਆ। ਸਵੇਰੇ ਜਦੋਂ ਮੇਰੀ ਅੱਖ ਖੁੱਲ੍ਹੀ ਤਾਂ ਰਜੀਆ ਮੈਨੂੰ ਬਹੁਤ ਹੈਰਾਨੀ ਨਾਲ ਦੇਖ ਰਹੀ ਸੀ। ਮੈਂ ਰਾਤ ਨੂੰ ਉਸ ਨੂੰ ਕੁਝ ਨਹੀਂ ਕਿਹਾ, ਸ਼ਾਇਦ ਇਸ ਲਈ ਉਹ ਮੈਨੂੰ ਇੰਨੀ ਹੈਰਾਨੀ ਨਾਲ ਦੇਖ ਰਹੀ ਸੀ। ਮੈਂ ਉਸ ਨੂੰ ਕਿਹਾ ਕਿ ਉਹ ਨਾਸ਼ਤਾ ਕਰ ਲਵੇ, ਕਿਉਂਕਿ ਉਸਨੇ ਰਾਤ ਵੀ ਕੁਝ ਨਹੀਂ ਖਾਇਆ ਸੀ। ਇਹ ਕਹਿ ਕੇ ਮੈਂ ਕਮਰੇ ਤੋਂ ਬਾਹਰ ਨਿਕਲ ਗਿਆ ਅਤੇ ਕੁਝ ਦੇਰ ਬਾਅਦ ਰਜੀਆ ਵੀ ਬਾਹਰ ਆ ਗਈ। ਮੈਂ ਆਪਣੀਆਂ ਬਾਕੀ ਪਤਨੀਆਂ ਨਾਲ ਬੈਠ ਕੇ ਨਾਸ਼ਤਾ ਕੀਤਾ। ਮੈਂ ਅੱਜ ਤੱਕ ਆਪਣੀ ਤਿੰਨੇ ਹੀ ਪਤਨੀਆਂ ਨਾਲ ਕੋਈ ਨਾਇਨਸਾਫੀ ਨਹੀਂ ਕੀਤੀ। ਰਜੀਆ ਨੇ ਮੈਨੂੰ ਪੁੱਛਿਆ, ਸਾਹਿਬ ਤੁਸੀਂ ਇੰਨੇ ਪੈਸੇ ਦੇ ਕੇ ਮੈਨੂੰ ਕਿਉਂ ਖਰੀਦਿਆ ਹੈ? ਮੈਂ ਕਿਹਾ, ਮੈਂ ਤੈਨੂੰ ਖਰੀਦਿਆ ਨਹੀਂ ਹੈ, ਬਲਕਿ ਤੇਰੇ ਨਾਲ ਵਿਆਹ ਕੀਤਾ ਹੈ। ਤਾਂ ਉਹ ਕਹਿਣ ਲੱਗੀ, ਮੈਨੂੰ ਪਤਾ ਹੈ ਕਿ ਮੇਰੇ ਨਾਲ ਵਿਆਹ ਕਰਨ ਤੋਂ ਪਹਿਲਾਂ ਤੁਸੀਂ 1 ਕਰੋੜ ਰੁਪਏ ਦੀ ਰਕਮ ਅਦਾ ਕੀਤੀ ਸੀ। ਮੈਂ ਉਸ ਨੂੰ ਕਿਹਾ, ਹੁਣ ਤੂੰ ਮੇਰੀ ਪਤਨੀ ਹੈ, ਕੋਈ ਬਾਜ਼ਾਰੂ ਔਰਤ ਨਹੀਂ। ਅੱਜ ਤੋਂ ਬਾਅਦ ਮੇਰੇ ਨਾਲ ਇਸ ਬਾਰੇ ਵਿੱਚ ਕੋਈ ਗੱਲ ਨਾ ਕਰੀ। ਹੁਣ ਮੇਰੀ ਆਵਾਜ਼ ਥੋੜੀ ਜਿਹੀ ਤੇਜ਼ ਹੋ ਗਈ ਸੀ। ਮੈਨੂੰ ਗੁੱਸਾ ਦੇਖ ਕੇ ਉਹ ਕਹਿਣ ਲੱਗੀ, ਸਭ ਇਸੇ ਤਰ੍ਹਾਂ ਹੀ ਗੱਲਾਂ ਕਰਦੇ ਹਨ। ਮੈਂ ਜਦੋਂ ਤੋਂ ਹੋਸ਼ ਸੰਭਾਲਿਆ ਹੈ ਉਦੋਂ ਤੋਂ ਹੀ ਮਰਦ ਨੂੰ ਅਜਿਹੇ ਰੂਪ ਵਿੱਚ ਦੇਖਿਆ ਹੈ, ਜਵਾਨੀ ਨੂੰ ਭੁੱਖੇ ਕੁੱਤਿਆਂ ਦੀ ਤਰ੍ਹਾਂ ਨੋਚ ਕੇ ਖਾਣ ਵਾਲੇ। ਮੈਨੂੰ ਹੈਰਾਨੀ ਹੁੰਦੀ ਹੈ ਕਿ ਤੁਸੀਂ ਕਿਹੋ ਜਿਹੇ ਆਦਮੀ ਹੋ ਜਿਸ ਨੇ ਮੇਰੀ ਸਭ ਤੋਂ ਵੱਡੀ ਕੀਮਤ ਅਦਾ ਕੀਤੀ ਹੈ, ਪਰ ਪਹਿਲੀ ਰਾਤ ਮੈਨੂੰ ਆਰਾਮ ਨਾਲ ਸੌਣ ਦਿੱਤਾ। ਇਸ ਲਈ ਮੈਨੂੰ ਹੈਰਾਨੀ ਹੋਈ, ਨਹੀਂ ਤਾਂ ਮੈਨੂੰ ਤੇਜ਼ ਬੁਖਾਰ ਵਿੱਚ ਵੀ ਕੋਈ ਨਹੀਂ ਬਖਸ਼ਦਾ ਸੀ। ਇਹੀ ਕਹਿੰਦੇ ਸਨ ਕਿ ਤੇਰੀ ਕੀਮਤ ਇਸ ਲਈ ਨਹੀਂ ਭਰੀ ਕਿ ਤੇਰੇ ਬੁਖਾਰ ਦਾ ਲਿਹਾਜ਼ ਕਰੀਏ। ਇਹ ਸਭ ਕਹਿੰਦੇ ਹੋਏ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਗਿਰਦੇ ਜਾ ਰਹੇ ਸਨ। ਫਿਰ ਉਸਨੇ ਮੈਨੂੰ ਆਪਣੀ ਬਾਂਹ ਦਿਖਾਈ ਜੋ ਕਿ ਸਿਗਰਟ ਦੇ ਨਿਸ਼ਾਨਾਂ ਨਾਲ ਜਲੀ ਹੋਈ ਸੀ। ਉਸ ਦੀ ਇਹ ਬੇਬਸੀ ਦੇਖ ਕੇ ਮੈਂ ਆਪਣੀਆਂ ਅੱਖਾਂ ਬੰਦ ਕਰ ਲਈਆਂ। ਉਸਨੇ ਕਿਹਾ, ਮੈਂ ਤਾਂ ਅੱਜ ਤੱਕ ਆਦਮੀ ਦਾ ਅਜਿਹਾ ਹੀ ਰੂਪ ਦੇਖਿਆ ਹੈ, ਪਰ ਤੁਸੀਂ ਤਾਂ ਪਤਾ ਨਹੀਂ ਕਿਵੇਂ ਸਭ ਤੋਂ ਅਲੱਗ ਹੋ। ਮੈਨੂੰ ਖਰੀਦ ਕੇ ਵੀ ਤੁਸੀਂ ਮੇਰਾ ਇਸਤੇਮਾਲ ਨਹੀਂ ਕੀਤਾ। ਮੈਂ ਕਿਹਾ, ਤੂੰ ਮੇਰੀ ਪਤਨੀ ਹੈ ਅਤੇ ਪਰਮਾਤਮਾ ਨੇ ਪਤਨੀ ਨਾਲ ਨਰਮੀ ਨਾਲ ਵਿਵਹਾਰ ਕਰਨ ਦਾ ਹੁਕਮ ਦਿੱਤਾ ਹੈ। ਰਜੀਆ ਦੇ ਸਰੀਰ ਦੇ ਨਿਸ਼ਾਨ ਦੇਖ ਕੇ ਮੇਰਾ ਦਿਲ ਫਟਣ ਲੱਗਿਆ ਸੀ। ਇੱਕ 18 ਸਾਲ ਦੀ ਕੁੜੀ ਦੇ ਉੱਪਰ ਜੋ ਜ਼ੁਲਮ ਕੀਤੇ ਗਏ ਉਹ ਬਿਲਕੁਲ ਜਾਨਵਰਾਂ ਵਰਗੇ ਸਨ। ਹੁਣ ਸਮੇਂ ਦੇ ਨਾਲ ਰਜੀਆ ਦੇ ਜ਼ਖਮ ਵੀ ਭਰਨ ਲੱਗੇ ਸਨ ਅਤੇ ਉਹ ਕਹਿੰਦੀ ਸੀ ਕਿ ਤੁਸੀਂ ਮੇਰੇ ਨਾਲ ਵਿਆਹ ਕਰਕੇ ਮੈਨੂੰ ਬਚਾ ਲਿਆ ਹੈ। ਹੁਣ ਉਹ ਮੇਰੇ ਨਾਲ ਬਹੁਤ ਘੁਲ ਮਿਲ ਗਈ ਸੀ। ਹੌਲੀ ਉਸ ਦੇ ਗੱਲਬਾਤ ਕਰਨ ਦੇ ਅੰਦਾਜ਼ ਵਿੱਚ ਵੀ ਫਰਕ ਆ ਗਿਆ ਸੀ। ਹੁਣ ਉਹ ਸਲੀਕੇ ਨਾਲ ਗੱਲਾਂ ਕਰਦੀ ਸੀ। ਮੇਰੇ ਵਿਆਹ ਤੋਂ ਕੁਝ ਮਹੀਨਿਆਂ ਬਾਅਦ ਹੀ ਮੈਨੂੰ ਉਹ ਖੁਸ਼ਖਬਰੀ ਮਿਲ ਗਈ ਜਿਸ ਦੀ ਮੈਂ ਬਹੁਤ ਸਮੇਂ ਤੋਂ ਦੁਆਵਾਂ ਮੰਗ ਰਿਹਾ ਸੀ। ਹੁਣ ਰਜੀਆ ਪ੍ਰੈਗਨੈਂਟ ਸੀ। ਮੈਨੂੰ ਤਾਂ ਆਪਣੀਆਂ ਅੱਖਾਂ 'ਤੇ ਯਕੀਨ ਹੀ ਨਹੀਂ ਆ ਰਿਹਾ ਸੀ। ਪੂਰੇ 9 ਮਹੀਨੇ ਮੈਂ ਰਜੀਆ ਦਾ ਬਹੁਤ ਖਿਆਲ ਰੱਖਿਆ, ਬਲਕਿ ਉਸ ਨੂੰ ਬੈੱਡ ਤੋਂ ਨੀਚੇ ਪੈਰ ਤੱਕ ਨਹੀਂ ਉਤਾਰਨ ਦਿੱਤਾ। ਪਰ ਜਦੋਂ ਡਿਲੀਵਰੀ ਦਾ ਟਾਈਮ ਨੇੜੇ ਆਇਆ
ਤਾਂ ਮੈਂ ਲੇਬਰ ਰੂਮ ਦੇ ਬਾਹਰ ਬਹੁਤ ਹੀ ਬੇਚੈਨੀ ਨਾਲ ਚੱਕਰ ਕੱਟ ਰਿਹਾ ਸੀ। ਕੁਝ ਦੇਰ ਬਾਅਦ ਇੱਕ ਲੇਡੀ ਡਾਕਟਰ ਬਾਹਰ ਆਈ ਅਤੇ ਮੈਨੂੰ ਕਹਿਣ ਲੱਗੀ, ਤੁਹਾਡੀ ਪਤਨੀ ਦੀ ਹਾਲਤ ਬਿਲਕੁਲ ਵੀ ਠੀਕ ਨਹੀਂ ਹੈ। ਅਸੀਂ ਮਾਂ ਅਤੇ ਬੱਚੇ ਦੋਵਾਂ ਵਿੱਚੋਂ ਕਿਸੇ ਇੱਕ ਨੂੰ ਹੀ ਬਚਾ ਸਕਦੇ ਹਾਂ। ਇਹ ਸੁਣ ਕੇ ਮੇਰੇ ਤਾਂ ਜਿਵੇਂ ਹੋਸ਼ ਹੀ ਉੱਡ ਗਏ। ਇੰਨੇ ਸਾਲਾਂ ਬਾਅਦ ਮੈਨੂੰ ਔਲਾਦ ਹੋਣ ਦੀ ਖੁਸ਼ੀ ਮਿਲੀ ਸੀ, ਪਰ ਮੇਰੇ ਸਾਹਮਣੇ ਇੰਨਾ ਵੱਡਾ ਇਮਤਿਹਾਨ ਆ ਗਿਆ ਸੀ। ਉਸ ਵੇਲੇ ਮੇਰੇ ਉੱਪਰ ਕੀ ਬੀਤ ਰਹੀ ਸੀ, ਇਹ ਸਿਰਫ ਮੈਂ ਹੀ ਜਾਣਦਾ ਹਾਂ। ਮੈਂ ਆਪਣੀਆਂ ਅੱਖਾਂ ਬੰਦ ਕਰ ਲਈਆਂ ਅਤੇ ਕਿਹਾ, ਤੁਸੀਂ ਮਾਂ ਨੂੰ ਬਚਾ ਲਓ, ਬੱਚੇ ਦਾ ਰੱਬ ਰਾਖਾ। ਫਿਰ ਉਹ ਲੇਡੀ ਡਾਕਟਰ ਅੰਦਰ ਚਲੀ ਗਈ ਅਤੇ ਮੇਰੀਆਂ ਅੱਖਾਂ ਵਿੱਚੋਂ ਹੰਝੂ ਵਗਣ ਲੱਗੇ। ਮੈਂ ਆਪਣੀ ਇੱਛਾ ਦੀ ਖਾਤਰ ਕਿਸੇ ਦੀ ਜਾਨ ਲੈਣ ਬਾਰੇ ਸੋਚ ਵੀ ਨਹੀਂ ਸਕਦਾ ਸੀ। ਮੇਰੇ ਹੰਝੂਆਂ ਉੱਪਰ ਮੇਰਾ ਵੱਸ ਨਹੀਂ ਸੀ, ਇਸ ਲਈ ਗਿਰਦੇ ਹੀ ਰਹੇ। ਕੁਝ ਦੇਰ ਬਾਅਦ ਡਾਕਟਰ ਬਾਹਰ ਆਈ ਤਾਂ ਉਸਨੇ ਮੈਨੂੰ ਦੱਸਿਆ, ਮਾਂ ਅਤੇ ਬੱਚਾ ਦੋਵੇਂ ਖਤਰੇ ਤੋਂ ਬਾਹਰ ਹਨ। ਇਹ ਸੁਣ ਕੇ ਮੇਰੇ ਖੁਸ਼ੀ ਨਾਲ ਪੈਰ ਧਰਤੀ ਤੇ ਨਹੀਂ ਲੱਗ ਰਹੇ ਸਨ। ਜਦੋਂ ਨਰਸ ਨੇ ਮੇਰੇ ਕੰਬਦੇ ਹੋਏ ਹੱਥਾਂ ਵਿੱਚ ਮੇਰੇ ਬੱਚੇ ਨੂੰ ਫੜਾਇਆ ਤਾਂ ਮੈਂ ਉਸਨੂੰ ਆਪਣੇ ਦਿਲ ਨਾਲ ਲਗਾ ਕੇ ਫੁੱਟ-ਫੁੱਟ ਕੇ ਰੋਣ ਲੱਗਿਆ। ਰੱਬ ਨੇ ਮੇਰੇ ਸਬਰ ਦਾ ਮੈਨੂੰ ਬਹੁਤ ਵਧੀਆ ਇਨਾਮ ਦਿੱਤਾ ਸੀ। ਤਾਂ ਦੋਸਤੋ, ਇਹ ਸੀ ਸਾਡੀ ਅੱਜ ਦੀ ਕਹਾਣੀ। ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਈ ਹੋਵੇਗੀ। ਤੁਹਾਡਾ ਕੀ ਕਹਿਣਾ ਹੈ ਇਸ ਕਹਾਣੀ ਦੇ ਬਾਰੇ ਵਿੱਚ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਓ। ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਹੀ ਘੰਟੀ ਨੂੰ ਦਬਾ ਕੇ ਆਲ ਤੇ ਸੈੱਟ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਤੁਹਾਨੂੰ ਤੁਰੰਤ ਮਿਲ ਜਾਵੇ। ਮੈਨੂੰ ਦਿਓ ਅਗਲੀ ਵੀਡੀਓ ਤੱਕ ਇਜਾਜ਼ਤ। ਤਦ ਤੱਕ ਲਈ ਧੰਨਵਾਦ।